ਦੋਸਤੋ ਕਿਸੇ ਸ਼ਾਇਰ ਨੇ ਕੀ ਖੂਬ ਕਿਹਾ, ਕਿੱਡਾ ਸੋਹਣਾ ਹੁੰਦਾ ਸੀ ਰਿਸ਼ਤਾ ਚੰਗੇਰ ਦਾ। ਹਨੇਰੇ ਵਿੱਚ ਪਤਾ ਵੀ ਨਹੀਂ ਸੀ ਲੱਗਦਾ ਸਵੇਰ ਦਾ। ਕਿਉਂ ਯਾਦ ਤੇ ਆਉਂਦੇ ਹੋਣਗੇ ਉਹ ਵਕਤ ਜਦੋਂ ਕੱਚੇ ਵਿਹੜੇ ਪੱਕੇ ਰਿਸ਼ਤੇ ਤੇ ਕਿੰਨੇ ਪਿਆਰ ਨਾਲ ਮਾਂ ਦੀ ਹੱਥ ਦੀਆਂ ਰੋਟੀਆਂ ਬੁਰਕੀਆਂ ਖਾਣੀਆਂ। ਅੱਜ ਅਸੀਂ ਪਰਦੇਸਾਂ 'ਚ ਆ ਗਏ ਹਾਂ ਤੇ ਉਹ ਮਾਂ ਦੀਆਂ ਸਿਰਫ ਯਾਦਾਂ ਰਹਿ ਗਈਆਂ ਨੇ। ਤੇ ਇਹ ਮਾਂ ਨੂੰ ਅਸੀਂ ਜਦੋਂ ਘਰ ਆ ਕੇ ਦੱਸੀ ਅਸੀਂ ਮਾਂ ਫਲਾਂ ਵੀ ਏਜੰਟ ਨਾਲ ਚਲਾ ਗਿਆ, ਮਾਂ ਫਲਾਂ ਜਿਹੜਾ ਉਹ ਕਸ਼ਤੀਆਂ ਦੇ ਜ਼ਰੀਏ ਚਲ ਗਿਆ, ਮਾਂ ਸਾਨੂੰ ਭੇਜ ਦੇ ਬਾਹਰ, ਮਾਂ ਜਿਹੜੀ ਜਾਇਦਾਦ ਦੀ ਪ੍ਰਾਪਰਟੀ ਹੈ ਕੁੱਲੀ ਇਹਨੂੰ ਵੇਚ ਦੇ, ਮਾਂ ਮੈਂ ਬਾਹਰ ਜਾਵਾਂਗਾ ਬੜੇ ਅਮੀਰ ਹੋ ਜਾਵਾਂਗੇ, ਅਸੀਂ ਇਹ ਸਾਰੀ ਚੀਜ਼ਾਂ ਬਦਲਾਂਗੇ। ਅਸੀਂ ਮਾਂ ਨੂੰ ਇੱਕ ਖਾਬਾਂ ਅਤੇ ਖਿਆਲਾਂ ਦੇ ਇੱਕ ਸੁਪਨੇ ਵਿਖਾਈਦੇ ਸੀ ਕਿ ਮਾਂ ਅਸੀਂ ਬਾਹਰ ਜਾ ਕੇ ਬੜੇ ਹੀ ਅਸੀਂ ਬੱਚਿਆਂ ਦਾ ਖਿਆਲ ਰੱਖਾਂਗੇ, ਛੋਟੇ ਭੈਣ ਭਰਾ ਦਾ। ਅਗਰ ਮਾਂ ਹੀ ਹੁੰਦੀ ਹੈ ਇੱਕ ਦਿਨ ਉਹ ਗੱਲਾਂ 'ਚ ਆ ਕੇ ਅਤੇ ਰੋਂਦੀ ਬੇਟੀ ਆਪਣੇ ਸੀਨੇ ਨਾਲ ਲਾਉਂਦੀ ਹੋਈ ਬੱਚਿਆਂ ਨੂੰ ਲਾ ਕੇ ਅਸੀਂ ਵੀ ਆਏ ਸੀ। ਉਹਨੇ ਸਾਨੂੰ ਭੇਜਤਾ, ਉਹਨੇ ਇਹ ਨਹੀਂ ਵੇਖਿਆ ਮੇਰਾ ਬੁਢਾਪਾ ਹੈ ਮੈਨੂੰ ਪੋਤੇ ਨੂੰ ਸਾਹਮਣਾ। ਮਾਂ ਨੇ ਭੇਜਤਾ ਰੋਂਦੇ ਹੋਏ ਅਤੇ ਬਸ ਉਹਨੇ ਕਿਹਾ ਕਿ ਪੁੱਤ ਜਾ ਕੇ ਤੂੰ ਆਪਣਾ ਮੁਸਤਕਬਲ ਬਣਾ, ਤੂੰ ਆਪਣਾ ਬਣਾ, ਤੂੰ ਆਪਣੇ ਭੈਣਾਂ ਭਰਾਵਾਂ ਦਾ ਸੋਚ। ਪੁੱਤ ਬਾਹਰ ਆ ਗਏ। ਫਿਰ ਇਹ ਸੂਰਤ ਹਾਲ ਹੋਈ ਹੈ, ਏਅਰਪੋਰਟ 'ਤੇ ਆਏ, ਫਿਰ ਵੀ ਮਾਂ ਨੇ ਸੀਨੇ ਨਾਲ ਲਾਇਆ, ਰੋਟੀ ਮਿਲੀ, ਉਹਨੇ ਪਿਆਰ ਕੀਤਾ। ਮਾਂ ਪਿਆਰ ਹੀ ਬਣਦੀਆਂ ਨੇ ਮਾਵਾਂ। ਉਹਨੇ ਕਿਹਾ ਜਾ ਪੁੱਤਰਾ ਤੂੰ ਜਾ ਕੇ ਨਾ ਆਪਣਾ ਆਪ ਸਾਂਭ, ਆਪਣਾ ਆਪ ਕੁਛ ਬਣਾ, ਆਪਣੀ ਤਰੱਕੀ ਕਰ। ਅਸੀਂ ਆ ਗਏ, ਬਾਹਰ ਆ ਗਏ। ਫਿਰ ਇੱਥੇ ਆ ਕੇ ਅਸੀਂ ਉਹ ਮਾਂ ਨੂੰ ਭੁੱਲ ਗਏ। ਫਿਰ ਟੈਕਸੀ ਖੂਬ ਚਲਾਈ, ਬੜੀ ਦੌਲਤ ਕਮਾਈ, ਪਰ ਮਾਂ ਪਿੱਛੋਂ ਆਵਾਜ਼ਾਂ ਮਾਰਦੀ ਰਹੀ। ਜਦੋਂ ਮਾਂ ਦਾ ਫੋਨ ਆਉਣਾ, ਮਾਂ ਮੈਂ ਬਿਜ਼ੀ ਹਾਂ, ਮਾਂ ਮੇਰੇ ਕੋਲ ਗੈਸਟ ਹੈ, ਮਾਂ ਗੈਸਟ ਉਤਰਨ ਲੱਗਾ, ਮਾਂ ਗੈਸਟ ਬਹਿਣ ਲੱਗੇ। ਮਾਂ ਬਸ ਇੰਤਜ਼ਾਰ ਕਰਦੀ, ਰਾਤਾਂ ਜਾਗਦੀ, ਮਗਰ ਪੁੱਤ ਦਾ ਫੋਨ ਫਿਰ ਆਹਿਸਤਾ ਘੱਟ ਹੁੰਦਾ ਆਉਣਾ ਹੀ ਬੰਦ ਹੋ ਗਿਆ। ਮਾਂ ਗੁਰਬਤ ਦੇ ਨਾਲ ਪਿਸਦੀ ਰਹੀ। ਪੁੱਤ ਤੇ ਬਾਬੂ ਜੀ ਬਣ ਗਿਆ, ਪੁੱਤ ਤੇ ਬੜੀਆਂ ਸ਼ਾਨਾਂ ਦਾ ਹੋ ਗਿਆ। ਬਸ ਮਾਂ ਦੇ ਖਾਬਾਂ 'ਚ ਪੜਿਆ ਵਿਹੜਾ, ਉਹ ਪੁੱਤ, ਉਹ ਸਭ ਕੁਛ ਉਹਨੂੰ ਹਮੇਸ਼ਾ ਯਾਦ ਆਉਣਾ। ਉਹਨੇ ਵਿਚਾਰੀ ਨੇ ਰੋਣਾ, ਕੁਛ ਨਹੀਂ ਸੀ ਕਰ ਸਕਦੀ। ਇੱਕ ਦਿਨ ਅਚਾਨਕ ਫੋਨ ਆਉਂਦਾ ਹੈ ਕਿ ਪੁੱਤ ਮਾਂ ਤੇਰੀ ਬੜੀ ਬਿਮਾਰ ਹੋ ਗਈ। ਬਾਪੂ ਦਾ ਫੋਨ ਆਉਂਦਾ ਹੈ, ਪੁੱਤ ਵਾਪਸ ਆ ਜਾ। ਪੁੱਤ ਕਹਿੰਦਾ ਪਾਪਾ ਮੈਂ ਬੜਾ ਬਿਜ਼ੀ ਹਾਂ, ਮੈਂ ਪੈਸੇ ਭੇਜ ਦੇਣਾ ਤੁਹਾਨੂੰ ਲਾ। ਬਾਪੂ ਦਾ ਫੋਨ ਜਾਂਦਾ ਹੈ, ਪੁੱਤ ਮਾਂ ਮਰ ਗਈ ਹੈ। ਕਹਿੰਦਾ ਮਾਂ ਨੂੰ ਦਫਨ ਕਰ ਦਿਓ, ਮੈਂ ਹਜੇ ਨਹੀਂ ਆ ਸਕਦਾ, ਮੈਂ ਬੜਾ ਬਿਜ਼ੀ ਹਾਂ, ਛੁੱਟੀਆਂ ਨਹੀਂ ਮਿਲ ਰਹੀਆਂ ਮੈਨੂੰ। ਬਸ ਪਿਓ ਫੋਨ ਸੁਣਦਾ ਉਹਨੂੰ ਵੀ ਹਾਰਟ ਅਟੈਕ ਹੁੰਦਾ, ਉੱਥੇ ਮਰ ਜਾਂਦਾ। ਮਾਂ ਦਾ ਵੀ ਜਨਾਜ਼ਾ, ਪਿਓ ਦਾ ਵੀ ਜਨਾਜ਼ਾ। ਪੁੱਤ ਨੂੰ ਤਾਂ ਮਿਲਦੀ ਹੈ, ਪੁੱਤ ਕਹਿੰਦਾ ਤੁਸੀਂ ਨਹੀਂ ਮੈਂ ਪੈਸੇ ਭੇਜ ਦੇਣਾ, ਟਾਈਮ ਮਿਲੇਗਾ ਮੈਂ ਜ਼ਰੂਰ ਆਵਾਂਗਾ ਪਾਕਿਸਤਾਨ। ਬਸ ਦੋਸਤੋ ਜਦੋਂ ਵਾਪਸ ਆਉਂਦਾ ਹੈ ਤਾਂ ਖਾਲੀ ਵਿਹੜਾ ਵੇਖ ਕੇ ਬੜਾ ਰੋਂਦਾ ਕਰ ਲੈਂਦਾ ਹੈ। ਉਹਨੂੰ ਮਾਂ ਦੀਆਂ ਯਾਦਾਂ ਆਉਂਦੀਆਂ ਨੇ, ਗੱਲਾਂ ਯਾਦ ਆਉਂਦੀਆਂ ਨੇ, ਮਗਰ ਉਹ ਵਕਤ ਬੀਤ ਚੁੱਕਿਆ ਹੁੰਦਾ ਹੈ। ਹੁਣ ਮਾਂ ਤੇ ਮਰ ਗਈ, ਪਿਓ ਬਸ ਕਬਰਿਸਤਾਨ ਜਾਂਦਾ ਹੈ। ਕਦੀ ਮਾਂ ਦੀ ਕਬਰ ਉੱਤੇ ਵਿਆਹ ਕਰਾਉਂਦਾ, ਮਾਂ ਮੈਂ ਆ ਗਿਆ, ਮਾਂ ਮੈਂ ਆ ਗਿਆ। ਮਾਂ ਬੋਲਦੀ ਕਿਉਂ ਨਹੀਂ। ਫਿਰ ਉੱਠਦਾ ਪਿਓ ਦੀ ਕਬਰ 'ਤੇ ਚੜ ਜਾਂਦਾ। ਇਸੇ ਤਰ੍ਹਾਂ ਦੀਵਾਨਿਆਂ ਤਰ੍ਹਾਂ ਇੱਕ ਪਰਦੇਸੀ ਨੇ, ਬੇਸ਼ੁਮਾਰ ਪਰਦੇਸੀ ਨੇ ਜਿਹੜੇ ਅਸੀਂ ਪ੍ਰਦੇਸ਼ 'ਤੇ ਆ ਗਏ ਹਾਂ। ਅਸੀਂ ਐਸ਼ੋ-ਇਸ਼ਰਤ ਕਰ ਲਈ, ਪੈਸਾ ਕਮਾ ਲਿਆ, ਘਰ ਬਣਾ ਲਏ, ਮਗਰ ਉਹ ਮਾਂ ਵੀ ਖਵਾ ਲਈ, ਉਹ ਪਿਓ ਵੀ ਖਵਾ ਲਿਆ। ਬਸ ਉਹ ਮਾਂ ਪਿਓ ਜਿਹੜੇ ਨੇ ਤਰਸਦੇ ਹੋਏ ਇਸ ਦੁਨੀਆ ਤੋਂ ਚਲ ਜਾਂਦੇ ਨੇ। ਤਾਂ ਖੁਦਾ ਦਾ ਵਾਸਤਾ ਹੈ ਕਿ ਜਿਹੜੇ ਕੋਈ ਦੋਸਤ ਜਿਨ੍ਹਾਂ ਦੇ ਮਾਂ ਪਿਓ ਜ਼ਿੰਦਾ ਨੇ ਉਹ ਵਾਪਸ ਜਾਣ ਆਪਣੇ ਮਾਂ ਪਿਓ ਦਾ ਖਿਆਲ ਰੱਖਣ। ਮਾਂ ਪਿਓ ਨੂੰ ਇਸ ਟਾਈਮ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੁੰਦੀ ਹੈ, ਤੁਹਾਨੂੰ ਉਹਨਾਂ ਦੀ ਦੁਆਵਾਂ ਦੀ ਜ਼ਰੂਰਤ ਹੁੰਦੀ ਹੈ। ਮਾਂ ਦੇ ਸੀਨੇ ਲੱਗੋ ਇਸ ਤੋਂ ਪਹਿਲੇ ਕਿ ਉਹ ਕਬਰਾਂ ਦੀ ਸ਼ਕਲ ਅਖਤਿਆਰ ਕਰ ਜਾਣ। ਫਿਰ ਕਬਰਾਂ ਨਾਲ ਜਾ ਕੇ ਲੱਗ ਰੋਣ ਦਾ ਕੀ ਫਾਇਦਾ। ਐਸਾ ਇੱਕ ਪਰਦੇਸੀ ਨਹੀਂ, ਬੇਸ਼ੁਮਾਰ ਹਜ਼ਾਰਾਂ ਦੇ ਹਿਸਾਬ ਨਾਲ ਨੇ ਜੋ ਅਮਰੀਕਾ, ਕੈਨੇਡਾ, ਯੂਰਪ ਦੇ ਦੂਜੇ ਮੁਲਕਾਂ ਜਾ ਕੇ ਬੈਠੇ ਨੇ। ਉਹ ਐਸੇ ਬੈਠੇ ਕੰਮਾਂ ਕਾਜਾਂ ਰੁੱਝੇ ਨੇ, ਉਹਨਾਂ ਪਰਤ ਕੇ ਪਿੱਛੇ ਵੀ ਨਹੀਂ ਦੇਖਿਆ ਕਿ ਮਾਂ ਦਾ ਕੀ ਬਣਿਆ। ਉਹਦੀ ਢੇਰੀ ਲੱਗ ਕੇ ਹੁੰਦੀ, ਪਤਾ ਨਹੀਂ ਕਦੋਂ ਨਹੀਂ ਜਾਣਾ। ਜਦੋਂ ਪਰਦੇਸੀ ਜਾਂਦੇ ਨੇ ਲੋਕਾਂ ਕੋਲੋਂ ਪੁੱਛਦੇ ਮੇਰੇ ਬਾਪੂ ਦੀ ਕਿਹੜੀ ਖਬਰ ਹੈ, ਮੇਰੀ ਮਾਂ ਦੀ ਕਿਹੜੀ ਖਬਰ ਹੈ। ਸਰ ਉਹਨਾਂ ਨੂੰ ਜ਼ਿੰਦਾ ਪੁੱਤਰ ਦੀ ਲੋੜ ਹੁੰਦੀ, ਜਿਵੇਂ ਉਹਨਾਂ ਨੇ ਭੇਜਿਆ ਹੁੰਦਾ ਉਂਝ ਜਾ ਕੇ ਮਿਲੋ, ਉਹਨਾਂ ਦਾ ਦਿਲ ਖੁਸ਼ ਹੋਏ।